हाँ जी, प्यारे बच्चे हो। मैं जतिंदर ढिल्लों, पंजाबी मास्टर, सरकारी मिडल ਸਕੂਲ ਗੁਲਜ਼ਾਰਪੁਰਾ ਤੁਹਾਡਾ ਅੱਜ ਦੀ ਕਲਾਸ ਦੇ ਵਿੱਚ ਸਵਾਗਤ ਕਰਦਾ ਹਾਂ। ਅੱਜ ਆਪਾਂ ਪਾਠ 10 ਕੀੜੀ ਬਾਰੇ ਪੜਾਂਗੇ। ਇਹ ਪਾਠ ਇੱਕ ਕਵਿਤਾ ਹੈ। ਕਵਿਤਾ ਜਿਹੜੀ ਹੈ ਉਹ ਸੁਰਜੀਤ ਸਿੰਘ ਮਰਜ਼ਾਰਾ ਦੀ ਲਿਖੀ ਹੋਈ ਹੈ। ਇਸ ਦੀ ਲਿਖੀ ਹੋਈ ਹੈ ਸੁਰਜੀਤ ਸਿੰਘ ਮਰਜ਼ਾਰਾ। ਇਸ ਦੇ ਵਿੱਚ ਕਵੀ ਨੇ ਇੱਕ ਛੋਟੇ ਜਿਹੇ ਜੀਵ ਕੀੜੀ ਰਾਹੀਂ ਸਾਨੂੰ ਸਿੱਖਿਆ ਦਿੱਤੀ ਹੈ, ਜੋ ਕਿ ਸਾਡੇ ਜੀਵਨ ਦੇ ਵਿੱਚ ਬਹੁਮੁੱਲਾ ਕੰਮ ਕਰਦੀ ਹੈ। ਜੇਕਰ ਅਸੀਂ ਕੀੜੀ ਦੇ ਜੀਵਨ ਤੋਂ ਸਿੱਖਿਆ ਲਈਏ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਸਫਲਤਾ ਪ੍ਰਾਪਤ ਕਰ ਸਕਦੇ ਹਾਂ। ਆਓ ਆਪਾਂ ਇਸ ਕਵਿਤਾ ਨੂੰ ਸ਼ੁਰੂ ਕਰੀਏ ਤੇ ਸਮਝੀਏ ਕਿ ਇਸ ਕਵਿਤਾ ਦੇ ਵਿੱਚ ਕਵੀ ਕੀ ਕਹਿਣਾ ਚਾਹੁੰਦਾ ਹੈ। ਕੀੜੀ ਕੀੜੀ ਕਹਿ ਕੇ ਉਸਨੂੰ ਐਵੇਂ ਨਾ ਦੁਰਕਾਰੋ, ਕੀੜੀ ਭਾਵੇਂ ਨਿੱਕੀ ਦਿਸਦੀ ਪਰ ਉਸ ਨੂੰ ਸਤਿਕਾਰੋ। ਕਵੀ ਕਹਿੰਦਾ ਹੈ ਕਿ ਕੀੜੀ ਕੀੜੀ ਕਹਿ ਕੇ ਸਾਨੂੰ ਉਸ ਦਾ ਅਪਮਾਨ ਨਹੀਂ ਕਰਨਾ ਚਾਹੀਦਾ। ਦੁਰਕਾਰਨਾ ਮਤਲਬ ਅਪਮਾਨ ਕਰਨਾ। ਕੀੜੀ ਭਾਵੇਂ ਨਿੱਕੀ ਦਿਸਦੀ, ਚਾਹੇ ਕੀੜੀ ਸਾਨੂੰ ਛੋਟੀ ਜਿਹੀ ਲੱਗਦੀ ਹੈ, ਪਰ ਸਾਨੂੰ ਉਸ ਦਾ ਵੀ ਸਤਿਕਾਰ ਜਿਹੜਾ ਹੈ ਉਹ ਕਰਨਾ ਚਾਹੀਦਾ ਹੈ, ਆਦਰ ਉਸ ਦਾ ਕਰਨਾ ਚਾਹੀਦਾ ਹੈ। ਨਾ ਉਸ ਦੇ ਵਿੱਚ ਮਾਸ ਹੈ ਲੱਗਦਾ, ਨਾ ਦਿਸਦੀ ਹੈ ਖਲ। ਕੀੜੀ ਦਾ ਜਿਹੜਾ ਹੈ ਉਸ ਦੇ ਵਿੱਚ ਉਸ ਦੇ ਉੱਪਰ ਕੋਈ ਜ਼ਿਆਦਾ ਮਾਸ ਨਹੀਂ ਹੁੰਦਾ, ਜਿਸ ਤਰ੍ਹਾਂ ਕਿ ਆਪਣੇ ਹੁੰਦਾ ਹੈ, ਨਾ ਕੋਈ ਖਲ ਦਿਸਦੀ ਹੈ। ਨਿੱਕਾ ਨਿੱਕਾ ਤਨ ਹੈ ਉਸ ਦਾ। ਤਨ ਦਾ ਮਤਲਬ ਹੁੰਦਾ ਸਰੀਰ। ਉਸ ਦਾ ਸਰੀਰ ਹੈ ਜਿਹੜਾ ਬਹੁਤ ਛੋਟਾ ਹੈ। ਵੱਡੀ ਉਸ ਦੀ ਗੱਲ, ਪਰ ਜੋ ਉਹ ਗੱਲ ਕਰਦੀ ਹੈ, ਜੋ ਸਾਨੂੰ ਸਿੱਖਿਆ ਦਿੰਦੀ ਹੈ, ਉਹ ਬਹੁਤ ਵੱਡੀ ਹੈ। ਨਾ ਕੁਝ ਸਾਨੂੰ ਬੋਲ ਸੁਣਾਵੇ, ਨਾ ਕੋਈ ਭਰੇ ਹੁੰਗਾਰਾ। ਉਹ ਸਾਨੂੰ ਬੋਲ ਕੇ ਕੁਝ ਨਹੀਂ ਸੁਣਾਉਂਦੀ ਤੇ ਨਾ ਹੀ ਹੁੰਗਾਰਾ ਭਰਦੇ ਆ। ਹੁੰਗਾਰਾ ਭਰਨ ਦਾ ਮਤਲਬ ਹੁੰਦਾ ਹੈ ਜਦੋਂ ਕੋਈ ਬੋਲਦਾ ਹੈ ਤਾਂ ਅਸੀਂ ਉਸ ਨੂੰ ਕਰਦੇ ਹਾਂ ਹਾਂ, ਠੀਕ ਹੈ, ਨਹੀਂ, ਹਾਂ। ਇਹ ਸਾਡੇ ਸ਼ਬਦ ਨੂੰ ਹੁੰਗਾਰਾ ਕਿਹਾ ਜਾਂਦਾ ਹੈ। ਪਰ ਉਸਦੇ ਨੇ ਕੰਮ ਅਜਿਹੇ ਧਿਆਨ ਜੋ ਖਿੱਚਣ ਸਾਰਾ। ਪਰ ਉਹ ਕੰਮ ਅਜਿਹੇ ਵੱਡੇ, ਇੰਨੇ ਵੱਡੇ ਕੰਮ ਕਰਦੀ ਹੈ ਕਿ ਸਾਡਾ ਸਾਰਿਆਂ ਦਾ ਧਿਆਨ ਹੈ ਜਿਹੜਾ ਉਹ ਖਿੱਚ ਲੈਂਦੀ ਹੈ। ਇੱਕੋ ਤੋਰ ਤੁਰੀ ਉਹ ਜਾਵੇ, ਬਸ ਅੱਗੇ ਤੋਂ ਅੱਗੇ। ਉਹ ਇੱਕ ਹੀ ਤੋਰ ਦੇ ਨਾਲ ਤੁਰਦੀ ਜਾਂਦੀ ਹੈ, ਅੱਗੇ ਹੀ ਅੱਗੇ ਵੱਧਦੀ ਜਾਂਦੀ ਹੈ। ਲਗਾਤਾਰ ਆਪਣੇ ਕੰਮ ਦੇ ਵਿੱਚ ਉਹ ਹਮੇਸ਼ਾ ਰੁੱਝੀ ਰਹਿੰਦੀ ਹੈ। ਉਸਦਾ ਤੁਰਨਾ ਜੀਵਨ ਜਾਪੇ, ਖੜਨਾ ਮਰਨਾ ਲੱਗੇ। ਉਸਦਾ ਜੋ ਜੀਵਨ ਹੈ ਉਹ ਇਸ ਤਰ੍ਹਾਂ ਲੱਗਦਾ ਹੈ ਕਿ ਜਦੋਂ ਉਹ ਤੁਰਦੀ ਹੈ ਤਾਂ ਇਹ ਹੀ ਜੀਵਨ ਹੈ, ਜੇਕਰ ਉਹ ਰੁਕ ਜਾਵੇ ਤਾਂ ਮੌਤ ਦੇ ਸਮਾਨ ਹੈ। ਹਰ ਵੇਲੇ ਹੀ ਕਿਸੇ ਕੰਮ ਵਿੱਚ ਉਹ ਰੁੱਝੀ ਹੈ ਰਹਿੰਦੀ। ਹਰ ਕੰਮ ਵੇਲੇ, ਹਰ ਸਮੇਂ ਉਹ ਕੋਈ ਨਾ ਕੋਈ ਕੰਮ ਕਰਦੀ ਰਹਿੰਦੀ ਹੈ। ਰੁੱਝੀ ਰਹਿਣ ਦਾ ਮਤਲਬ ਹੁੰਦਾ, ਆਪਾਂ ਅੰਗਰੇਜ਼ੀ 'ਚ ਕਹਿੰਦੇ ਹਾਂ ਬਿਜ਼ੀ ਰਹਿਣਾ। ਤਾਂ ਕਿਸੇ ਕੰਮ ਨੂੰ ਦੇ ਵਿੱਚ ਲਗਾਤਾਰ ਕਿਸੇ ਕੋਈ ਨਾ ਕੋਈ ਕੰਮ ਕਰਦੇ ਰਹਿਣਾ, ਉਸ ਨੂੰ ਕਹਿੰਦੇ ਆ ਰੁੱਝਿਆ ਰਹਿਣਾ। ਜੇ ਰੁੱਝ ਜਾਈਏ ਉਸਦੇ ਵਾਂਗੂ ਔਕੜ ਕੁਝ ਨਾ ਕਹਿੰਦੀ। ਜੇਕਰ ਕਵੀ ਕਹਿੰਦਾ ਹੈ ਜੇਕਰ ਅਸੀਂ ਕੀੜੀ ਦੇ ਵਾਂਗੂ ਆਪਣੇ ਕੰਮਾਂ ਦੇ ਵਿੱਚ ਰੁੱਝ ਜਾਈਏ ਤਾਂ ਕੋਈ ਵੀ ਔਕੜ ਹੈ, ਮੁਸੀਬਤ ਹੈ, ਉਹ ਸਾਨੂੰ ਕੁਝ ਨਹੀਂ ਕਹਿੰਦੀ। ਮਤਲਬ ਉਸ ਮੁਸੀਬਤ ਨੂੰ ਅਸੀਂ ਪਾਰ ਕਰ ਸਕਦੇ ਹਾਂ। ਉਸ ਦਾ ਸਾਹਸ, ਸਾਹਸ ਹੁੰਦੀ ਹੈ ਬਹਾਦਰੀ,
ਲਗਨ, ਕਿਸੇ ਕੰਮ ਨੂੰ ਕਰਨ ਦੀ ਡੂੰਘੀ ਇੱਛਾ। ਜਦ ਤੱਕੀਏ ਜਿੰਦ ਨੂੰ ਆਏ ਹੁਲਾਰਾ, ਜਦੋਂ ਅਸੀਂ ਕੀੜੀ ਦੇ ਨੂੰ ਸਾਹਸ ਨੂੰ, ਦਲੇਰੀ ਨੂੰ ਦੇਖਦੇ ਹਾਂ, ਉਸ ਦੀ ਡੂੰਘੀ ਕੰਮ ਕਰਨ ਦੀ ਇੱਛਾ ਨੂੰ ਦੇਖਦੇ ਹਾਂ, ਤਾਂ ਸਾਡੇ ਜੀਵਨ ਨੂੰ ਵੀ ਇੱਕ ਨਵਾਂ ਉਤਸ਼ਾਹ, ਹੁਲਾਰਾ, ਇੱਕ ਨਵਾਂ ਉਤਸ਼ਾਹ ਪੈਦਾ ਹੁੰਦਾ ਹੈ। ਅਸੀਂ ਵੀ ਨਵਾਂ ਕੰਮ ਕਰਨ ਨੂੰ ਦਿਲ ਜਿਹੜਾ ਹੈ ਸਾਡਾ ਕਰਦਾ ਹੈ। ਡਿੱਗਦਾ ਡਿੱਗਦਾ ਮਨ ਜੇ ਹੋਵੇ ਫਿਰ ਤੋਂ ਹੋਏ ਕਰਾਰਾ, ਜੇਕਰ ਸਾਡੇ ਮਨ ਦੇ ਵਿੱਚ ਕੋਈ ਨਿਰਾਸ਼ਾ ਪੈਦਾ ਹੋ ਰਹੀ ਹੈ, ਮਨ ਨਿਰਾਸ਼ ਹੋ ਰਿਹਾ ਹੈ, ਤਾਂ ਫਿਰ ਜੀਵਨ ਨੂੰ ਇੱਕ ਕਰਾਰਾ ਦਾ ਮਤਲਬ ਹੈ ਇੱਥੇ ਕਿ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਨਵਾਂ ਵਾਪਰਨ ਦੀ ਇੱਛਾ ਪੈਦਾ ਹੋ ਜਾਂਦੀ ਹੈ। ਉਸ ਦੀ ਲੋੜ ਜਦੋਂ ਮੈਂ ਤੱਕੀ ਥੋੜੀ ਥੋੜੀ ਜਾਪੇ, ਜਦੋਂ ਮੈਂ ਉਸ ਦੀ ਲੋੜ ਨੂੰ ਦੇਖਿਆ, ਪਰ ਉਹ ਲੋੜ ਤਾਂ ਮੈਨੂੰ ਇਸ ਤਰ੍ਹਾਂ ਲੱਗੀ ਵੀ ਉਸ ਦੀ ਲੋੜ ਤਾਂ ਕੁਝ ਵੀ ਨਹੀਂ ਹੈ। ਜੋ ਉਹ ਕੁਝ ਕੰਮ ਕਰ ਰਹੀ ਹੈ, ਸਾਰਾ ਦਿਨ ਫਿਰਦੀ ਹੈ, ਪਰ ਜੇ ਉਹਦੀ ਲੋੜ ਦੇਖੀਏ ਤਾਂ ਲੋੜ ਤਾਂ ਮੈਨੂੰ ਕਹਿੰਦਾ ਉਸ ਦੀ ਬਹੁਤ ਘੱਟ ਲੱਗੀ, ਲੋੜ ਤਾਂ ਉਸ ਦੀ ਹੈ ਹੀ ਨਹੀਂ ਬਿਲਕੁਲ। ਬੰਦਿਆਂ ਵਾਂਗ ਨਾ ਧਰਤੀ ਨੂੰ ਉਹ ਗਿੱਠਾਂ ਦੇ ਵਿੱਚ ਨਾਪੇ, ਉਸ ਦੀ ਤੋਰ ਵੀ ਜਿਹੜੀ ਹੈ ਹੌਲੀ ਹੌਲੀ ਹੈ, ਬੰਦੇ ਵਾਂਗ ਉਹ ਤੇਜ਼ ਨਹੀਂ ਤੁਰ ਸਕਦੀ। ਇੱਕ ਇੱਕ ਕਰਕੇ ਦਲ ਬਣ ਜਾਂਦਾ ਭਾਰਾ, ਇੱਕ ਇੱਕ ਕਰਕੇ ਕੀੜੀਆਂ ਹੈ ਜਦੋਂ ਇੱਕ ਇੱਕ ਇਕੱਠੀ ਹੋ ਕੇ ਕਾਫੀ ਜ਼ਿਆਦਾ ਇਕੱਠੀਆਂ ਹੋ ਜਾਂਦੀਆਂ ਨੇ ਤਾਂ ਉਸ ਨੂੰ ਅਸੀਂ ਦਲ ਕਹਿੰਦੇ ਹਾਂ। ਇਹ ਇੱਕ ਸਮੂਹਵਾਚਕ ਨਾਂਵ ਹੈ ਜਿਸ ਨੂੰ ਅਸੀਂ ਇਕੱਠਵਾਚਕ ਨਾਮ ਵੀ ਕਹਿੰਦੇ ਹਾਂ, ਦਲ। ਜਿਵੇਂ ਸੈਨਾ ਹੋ ਗਈ, ਸੈਨਾ ਦਾ ਇਕੱਠਾ ਜਿਹੜਾ ਹੈ ਅਸੀਂ ਉਹਨੂੰ ਦਲ ਕਹਿ ਦਿੰਦੇ ਹਾਂ। ਇਸੇ ਤਰ੍ਹਾਂ ਭੇਡਾਂ, ਬੱਕਰੀਆਂ, ਇਹਨਾਂ ਜਦੋਂ ਇਕੱਠੀਆਂ ਹੁੰਦੀਆਂ ਨੇ ਅਸੀਂ ਇੱਜੜ ਕਹਿ ਦਿੰਦੇ ਹਾਂ, ਠੀਕ ਹੈ। ਤਾਂ ਇਸੇ ਤਰ੍ਹਾਂ ਕੀੜੀਆਂ ਨੂੰ ਜਦੋਂ ਇਕੱਠੀਆਂ ਹੁੰਦੀਆਂ ਨੇ ਉਸ ਨੂੰ ਅਸੀਂ ਦਲ ਕਹਿ ਦਿੰਦੇ ਹਾਂ। ਦਲ ਬਣ ਜਾਂਦਾ ਭਾਰਾ, ਵੀ ਤਾਂ ਜਿਹੜਾ ਦਲ ਹੈ ਉਹ ਬਹੁਤ ਵੱਡਾ ਬਣ ਜਾਂਦਾ ਹੈ। ਆਪਸ ਵਿੱਚ ਹੀ ਇੱਕ ਦੂਜੇ ਦਾ ਬਣਦੀਆਂ ਹੈਣ ਸਹਾਰਾ, ਆਪਸ ਦੇ ਵਿੱਚ ਵੀ ਉਹ ਇੱਕ ਦੂਜੇ ਦਾ ਸਹਾਰਾ ਨੇ ਜਿਹੜਾ ਉਹ ਬਣਦੀਆਂ ਨੇ, ਇੱਕ ਦੂਸਰੇ ਦੀ ਮਦਦ ਕਰਦੀਆਂ ਨੇ। ਜਦ ਕੁਝ ਖਾਵਣ ਜੋ ਕੁਝ ਖਾਵਣ ਰਲ ਮਿਲ ਕੇ ਹੀ ਖਾਵਣ, ਜਦੋਂ ਕੁਝ ਖਾਂਦੀਆਂ ਨੇ ਉਹ, ਜੋ ਕੁਝ ਖਾਂਦੀਆਂ ਨੇ ਉਹ ਰਲ ਮਿਲ ਕੇ ਹੀ ਆਪਸ ਦੇ ਵਿੱਚ ਖਾਂਦੀਆਂ ਨੇ। ਬੰਦਿਆਂ ਵਾਂਗ ਨਾ ਦਲ ਕੀੜੀ ਦੇ ਵੰਡੀਆਂ ਥਾਂ ਥਾਂ ਪਾਵਣ, ਜਿਵੇਂ ਆਪਾਂ ਇਨਸਾਨ ਆ, ਹਰੇਕ ਚੀਜ਼ 'ਤੇ ਕਬਜ਼ਾ ਕਰ ਲੈਂਦੇ ਹਾਂ, ਆਹ ਮੇਰੀ ਹੈ, ਆਹ ਤੇਰੀ ਹੈ। ਇਸ ਤਰ੍ਹਾਂ ਕੀੜੀਆਂ ਨਹੀਂ ਕਰਦੀਆਂ, ਉਹ ਆਪਣੇ ਵਾਂਗੂ ਆਪਸ ਦੇ ਵਿੱਚ ਵੰਡੀਆਂ ਨੇ ਜਿਹੜੀਆਂ ਉਹ ਨਹੀਂ ਪਾਉਂਦੀਆਂ। ਇੱਕ ਵਿਸ਼ਵਾਸ ਭਰੋਸਾ ਲੈ ਕੇ ਕੀੜੀ ਖੁੱਡ ਤੋਂ ਆਈ, ਉਹ ਖੁੱਡ ਤੋਂ ਇੱਕ ਵਿਸ਼ਵਾਸ ਅਤੇ ਭਰੋਸਾ ਲੈ ਕੇ ਆਉਂਦੀ ਹੈ। ਖਾਂਦੇ ਖਾਂਦੇ ਜੋ ਕੁਝ ਬਚਿਆ ਉਸ ਦੀ ਭੰਡ ਨਾ ਚਾਈ, ਜੋ ਖਾਂਦੇ ਖਾਂਦੇ ਕੁਝ ਬਚ ਜਾਂਦਾ ਹੈ ਉਸਦਾ ਉਹਨੂੰ ਕੋਈ ਚਾਅ ਨਹੀਂ ਹੁੰਦਾ ਹੈ, ਨਾ ਉਹ ਉਸ ਨੂੰ ਆਪਣੇ ਨਾਲ ਲੈ ਕੇ ਤੁਰਦੀ ਹੈ, ਉੱਥੇ ਹੀ ਰੱਖ ਦਿੰਦੀ ਹੈ। ਬਾਹਰ ਤੋਂ ਫਿਰ ਜੋ ਕੁਝ ਲੱਭਿਆ ਫਿਰ ਖੁੱਡ ਵਿੱਚ ਲੈ ਜਾਵੇ, ਜੋ ਕੁਝ ਬਾਹਰ ਤੋਂ ਲੱਭਦਾ ਹੈ ਉਸਨੂੰ ਫਿਰ ਉਹ ਖੁੱਡ ਦੇ ਵਿੱਚ ਲੈ ਕੇ ਜਾਂਦੀ ਹੈ। ਆਪਸ ਦੇ ਇਤਵਾਰ ਦੇ ਉੱਤੇ ਲੱਭਤ ਧਰ ਤੁਰ ਜਾਵੇ, ਆਪਸ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਹੁੰਦਾ ਹੈ ਕਿ ਇੱਕ ਦੂਸਰੇ ਦੀ ਚੀਜ਼ ਨੂੰ ਉਹ ਨਹੀਂ ਛੇੜਦੀਆਂ, ਨਹੀਂ ਲੁਕਾਉਂਦੀਆਂ, ਤਾਂ ਉਹਨਾਂ ਦਾ ਆਪਸ ਦੇ ਵਿੱਚ ਇਤਵਾਰ ਹੁੰਦਾ ਹੈ, ਵਿਸ਼ਵਾਸ ਹੁੰਦਾ ਹੈ। ਜੋ ਕੁਝ ਉਹ ਲੱਭ ਕੇ ਲਿਆਈ ਹੈ ਉਸ ਨੂੰ ਧਰ ਕੇ ਫਿਰ ਵਾਰ ਖੁੱਡ ਤੋਂ ਚਲੀ ਜਾਂਦੀ ਹੈ। ਕਦੀ ਕਦਾਈ ਆਉਂਦੇ ਜਾਂਦੇ ਮੁੱਖ ਨਾਲ ਮੁੱਖ ਸੁਹਾਵਣ, ਕਦੇ ਕਦੇ ਉਹ ਆਉਂਦੇ ਜਾਂਦੇ ਆਪਸ ਦੇ ਵਿੱਚ ਮੁੱਖ ਨਾਲ ਮੁੱਖ, ਮੂੰਹ ਨਾਲ ਮੂੰਹ ਲਵਾਉਂਦੀਆਂ ਨੇ। ਜਿਵੇਂ ਆਪਾਂ ਦੇਖਦੇ ਹਾਂ ਕੀੜੀਆਂ ਨੂੰ, ਇਉਂ ਲੱਗਦਾ ਹੈ ਜਿਉਂ ਇੱਕ ਦੂਜੇ ਨੂੰ ਗੱਲ ਉਹ ਕੋਈ ਪਹੁੰਚਾਵਣ। ਸਾਨੂੰ ਕਵੀ ਕਹਿੰਦਾ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਦੂਸਰੇ ਦੇ ਕੋਲ ਕੋਈ ਨਾ ਕੋਈ, ਜਦੋਂ ਇਸ ਤਰ੍ਹਾਂ ਕਰਦੀਆਂ ਨੇ, ਮੂੰਹ ਨਾਲ ਮੂੰਹ ਲਗਾਉਂਦੀਆਂ ਨੇ, ਤਾਂ ਕੋਈ ਨਾ ਕੋਈ ਸੁਨੇਹਾ ਦੇ ਰਹੀਆਂ ਹੁੰਦੀਆਂ ਨੇ। ਜਦ ਮਿੱਠੀਆਂ ਖੁਸ਼ਬੂਆਂ ਭਰੀਆਂ ਸ਼ੈਆਂ ਕਿਧਰੇ ਮਹਿਕਣ, ਜਦੋਂ ਮਿੱਠੀਆਂ ਖੁਸ਼ਬੂਆਂ ਮਹਿਕਾਂ ਨੇ ਜਦੋਂ ਕਿਧਰੇ ਕਿਸੇ ਪਾਸਿਓਂ ਆਉਂਦੀਆਂ ਨੇ ਤਾਂ ਸ਼ੈਆਂ ਕਿਧਰੇ ਮਹਿਕਣ, ਮਿੱਠੀਆਂ ਚੀਜ਼ਾਂ ਦੀ ਮਹਿਕ ਹੈ ਜਿਹੜੀ ਉਹ ਆਉਂਦੀ ਹੈ। ਕੀੜੀਆਂ ਉੱਥੇ ਸੰਗ ਸਹੇਲੀਆਂ ਕਲੀਆਂ ਵਾਂਗੂ ਟਹਿਕਣ, ਕੀੜੀਆਂ ਆਪਣੀਆਂ ਸਹੇਲੀਆਂ ਦੇ ਸੰਗ ਦਾ ਮਤਲਬ ਰਿਹਾ ਹੈ
ਨਾਲ। ਸੰਗ ਇੱਕ ਬਹੁਅਰਥਕ ਸ਼ਬਦ ਹੈ। ਸੰਗ ਸ਼ਰਮ ਨੂੰ ਵੀ ਕਿਹਾ ਜਾਂਦਾ ਹੈ, ਸੰਗ ਸਾਥ ਨੂੰ ਵੀ ਕਿਹਾ ਜਾਂਦਾ ਹੈ। ਉੱਥੇ ਉਹ ਆਪਣੀ ਸਹੇਲੀਆਂ ਦੇ ਸੰਗ ਨਾਲ, ਸਹਾਇਤਾ ਨਾਲ ਆਪਸ ਦੇ ਵਿੱਚ ਰਲ ਕੇ ਕਲੀਆਂ ਵਾਂਗੂ ਟਹਿਕਣ, ਤੇ ਉੱਥੇ ਕਲੀਆਂ ਫੁੱਲਾਂ ਦੀਆਂ ਕਲੀਆਂ ਵਾਂਗ ਟਹਿਕਦੀਆਂ ਹਨ। ਐਡਾ ਪਿਆਰ ਨਾ ਦਿਸਿਆ ਕਿਧਰੇ ਮਹਿਕਾਂ ਦੂਰ ਖਿਲਾਰੇ। ਕਵੀ ਕਹਿੰਦਾ ਹੈ ਕਿ ਮੈਨੂੰ ਐਡਾ ਪਿਆਰ ਹੈ ਜਿਹੜਾ ਉਹ ਕਿਤੇ ਵੀ ਨਹੀਂ ਦਿਖਿਆ, ਜੋ ਕਿ ਦੂਰ ਦੂਰ ਤੱਕ ਖੁਸ਼ਬੂਆਂ ਮਹਿਕਾਂ ਜਿਹੜਾ ਉਹ ਖਿਲਾਰਦਾ ਹੈ। ਉਰੇ ਖੁਸ਼ਬੂਆਂ ਆਇਆ ਹੈ ਤੇ ਇੱਥੇ ਮਹਿਕਾਂ ਆਇਆ ਹੈ। ਇਹ ਦੋਏ ਸਮਾਨ ਅਰਥਕ ਸ਼ਬਦ ਨੇ। ਮਹਿਕਾਂ, ਖੁਸ਼ਬੂਆਂ ਇੱਕੋ ਗੱਲ ਹੈ। ਦੇਸ਼ ਪਿਆਰ ਦਾ ਕਿਹਾ ਅਜੂਬਾ, ਵੰਡੇ ਖੁਸ਼ੀ ਚ ਫੇਰੇ। ਇਹ ਦੇਸ਼ ਪਿਆਰ ਦਾ ਹੀ ਇੱਕ ਤਰ੍ਹਾਂ ਦਾ ਉਦਾਹਰਨ ਹੈ। ਅਜੂਬਾ, ਅਜੂਬਾ ਮਤਲਬ ਹੈਰਾਨ ਕਰਨ ਵਾਲੀ ਗੱਲ ਹੈ ਕਿ ਸਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਖਲੇਰ ਦਿੰਦਾ ਹੈ। ਆਓ ਰਲ ਕੇ ਕੀੜੀ ਵਾਂਗੂ ਰੁੱਝੀਏ ਪਿਆਰ ਵੰਡਾਈਏ। ਪਿਆਰੇ ਬੱਚਿਓ, ਕਵੀ ਕਹਿੰਦਾ ਹੈ ਕਿ ਆਓ ਆਪਾਂ ਵੀ ਕੀੜੀ ਤੋਂ ਸਿੱਖਿਆ ਲੈਂਦੇ ਹੋਏ ਉਸਦੇ ਵਾਂਗੂ ਰਲ ਕੇ ਰਹੀਏ। ਰੁੱਝੀਏ ਦਾ ਮਤਲਬ ਕੰਮ ਦੇ ਵਿੱਚ ਲੱਗੇ ਰਹੀਏ ਤੇ ਆਪਸ ਦੇ ਵਿੱਚ ਪਿਆਰ ਨੂੰ ਵੰਡੀਏ। ਸਿਦਕ ਲਗਨ ਸੰਗ ਮਿਹਨਤ ਕਰੀਏ, ਜਗ ਸੁਰਜੀਤ ਬਣਾਈਏ। ਸੁਰਜੀਤ ਮਰਜ਼ਾਰਾ ਕਵੀ ਦਾ ਨਾਂ ਹੈ, ਜਿਹੜਾ ਉਹ ਆਪਣਾ ਨਾਂ ਲਿਖ ਰਿਹਾ ਹੈ। ਸਿਦਕ ਲਗਨ ਸੰਗ ਮਿਹਨਤ ਕਰੀਏ। ਕਵੀ ਕਹਿੰਦਾ ਹੈ ਕਿ ਸਾਨੂੰ ਸਿਦਕ ਦੇ ਨਾਲ, ਲਗਨ ਦੇ ਨਾਲ, ਸਿਦਕ ਪੱਕਾ ਯਕੀਨ, ਲਗਨ ਦੇ ਨਾਲ ਸੰਗ ਮਿਹਨਤ ਕਰੀਏ। ਸਿਦਕ ਪੱਕੇ ਯਕੀਨ ਦੇ ਨਾਲ, ਲਗਨ ਪੱਕੇ ਮਨ ਦੇ ਨਾਲ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ ਤੇ ਇਸ ਸੰਸਾਰ ਨੂੰ ਬਹੁਤ ਵਧੀਆ ਸੰਸਾਰ ਜਿਹੜਾ ਬਣਾਉਣਾ ਚਾਹੀਦਾ ਹੈ। ਜੱਗ ਦਾ ਮਤਲਬ ਹੈ ਸੰਸਾਰ। ਜੱਗ ਇੱਕ ਬਰਤਨ ਵੀ ਹੈ, ਪਰ ਉਰੇ ਜੱਗ ਦਾ ਮਤਲਬ ਹੈ ਸੰਸਾਰ, ਦੁਨੀਆ ਤੋਂ ਲਿਆ ਗਿਆ ਹੈ। ਸੋ ਬੱਚਿਓ, ਇਹ ਸੀ ਕਵਿਤਾ ਆਪਣੀ ਕੀੜੀ, ਜੋ ਕਿ ਸਾਨੂੰ ਬਹੁਤ ਸਿੱਖਿਆ ਦਿੰਦੀ ਹੈ। ਸਾਨੂੰ ਕੀੜੀ ਦੇ ਜੀਵਨ ਤੋਂ ਸਿੱਖਿਆ ਲੈ ਕੇ ਅੱਗੇ ਵਧਣਾ ਚਾਹੀਦਾ ਹੈ। ਅੱਗੇ ਇਸ ਪਾਠ ਦੇ ਵਿੱਚ ਛੋਟੇ ਪ੍ਰਸ਼ਨ ਉੱਤਰ ਨੇ ਤੇ ਅੱਗੇ ਵਾਕਾਂ ਵਿੱਚ ਵਰਤੋਂ ਨੇ, ਔਖੇ ਸ਼ਬਦਾਂ ਦੇ ਅਰਥ ਨੇ, ਉਹ ਤੁਸੀਂ ਆਪ ਕਿਤਾਬ ਦੇ ਵਿੱਚੋਂ ਕਰ ਲੈਣੇ ਨੇ ਤੇ ਬਾਕੀ ਤੁਹਾਨੂੰ ਪ੍ਰਸ਼ਨ ਉੱਤਰ ਨੇ ਬਾਅਦ ਦੇ ਵਿੱਚ ਭੇਜ ਦਿੱਤੇ ਜਾਣਗੇ। ਇੱਕ ਚੌਥੇ ਨੰਬਰ ਤੇ ਇਸ ਕਵਿਤਾ ਵਿੱਚ ਆਏ ਇੱਕੋ ਲੈਅ ਵਾਲੇ ਸ਼ਬਦ, ਹੋਰ ਸ਼ਬਦ ਲਿਖੋ, ਜਿਵੇਂ ਕਿ ਉਦਾਹਰਨ ਵਿੱਚ ਦੱਸਿਆ ਗਿਆ ਹੈ, ਮਹਿਕਣ, ਟਹਿਕਣ। ਠੀਕ ਹੈ, ਇਹ ਇਸ ਦਾ ਮਤਲਬ ਹੈ ਜੋ ਇੱਕੋ ਆਵਾਜ਼, ਇੱਕੋ ਧੁਨੀ ਪੈਦਾ ਕਰਦੇ ਨੇ। ਆਓ ਆਪਾਂ ਦੇਖੀਏ, ਤੁਸੀਂ ਆਪ ਵੀ ਲੱਭਣ ਦੀ ਕੋਸ਼ਿਸ਼ ਕਰਨੀ ਹੈ। ਜਿਸ ਤਰ੍ਹਾਂ ਪਹਿਲੇ 'ਚ ਹੈ ਦੁਰਕਾਰੋ, ਸਤਿਕਾਰੋ, ਇੱਕੋ ਜਿਹਾ ਹੀ ਹੈ। ਖਲ, ਗਲ, ਹੁੰਗਾਰਾ, ਸਾਰਾ, ਆਰਾ, ਸਾਰਾ, ਦੇਖੋ ਆਵਾਜ਼ ਆ ਰਹੀ ਹੈ। ਅੱਗੇ, ਲੱਗੇ, ਰਹਿੰਦੀ, ਕਹਿੰਦੀ, ਹੁਲਾਰਾ, ਕਰਾਰਾ। ਇਸ ਤਰ੍ਹਾਂ ਦੇ ਸ਼ਬਦ ਨੇ ਜਿਹੜੇ ਉਹ ਤੁਸੀਂ ਲੱਭ ਕੇ ਆਪਣੀ ਕਿਤਾਬ ਦੇ ਉੱਪਰ ਇੱਥੇ ਹੇਠਾਂ ਵੀ ਲਿਖ ਸਕਦੇ ਹੋ ਤੇ ਆਪਣੀ ਕਾਪੀ ਦੇ ਵਿੱਚ ਨੋਟ ਕਰ ਸਕਦੇ ਹੋ। ਅੱਛਾ ਬੱਚਿਓ, ਇਹ ਸੀ ਅੱਜ ਦਾ ਆਪਣਾ ਪਾਠ। ਸੋ ਪਿਆਰੇ ਬੱਚਿਓ, ਪੜ੍ਹਦੇ ਰਹੋ, ਘਰੇ ਰਹੋ, ਸੁਰੱਖਿਅਤ ਰਹੋ। ਓਕੇ, ਬਾਏ।